ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ। ਅੱਜ ਆਪਾਂ ਗੱਲ ਕਰਾਂਗੇ ਕੈਨੇਡਾ ਵੀਜ਼ੇ ਤੇ ਜਿਹੜੇ ਸਪਾਊਸ ਇੰਡੀਆ ਦੇ ਵਿੱਚ ਰਹਿ ਜਾਂਦੇ ਆ, ਉਹਨਾਂ ਦੀ ਵਾਈਫ ਉਹਨਾਂ ਨੂੰ ਨਹੀਂ ਬੁਲਾਉਂਦੀਆਂ। ਤਾਂ ਇਹ ਸਾਰਾ ਸੈਸ਼ਨ ਬੇਅੰਤ ਕੌਰ ਔਰ ਲਵਪ੍ਰੀਤ ਵਾਲਾ ਜਿਹੜਾ ਕੇਸ ਹੋਇਆ ਉਸ ਦੇ ਉੱਪਰ ਬੇਸਡ ਰਹੇਗਾ, ਜਿਸ ਦੇ ਵਿੱਚ ਮੈਂ ਆਪਣੇ 10 ਤੋਂ 12 ਸਾਲ ਦੇ ਐਕਸਪੀਰੀਅੰਸ ਨੂੰ ਅਕਾਊਂਟ ਕਰਕੇ 10 ਤੋਂ 12 ਸਾਲਾਂ ਦੇ ਸਾਡੇ ਜੋ ਵੀ ਤਜਰਬੇ ਦੇ ਵਿੱਚ ਅਸੀਂ ਸਿੱਖਿਆ ਉਹ ਤੁਹਾਨੂੰ ਦੱਸਾਂਗੇ ਕਿ ਤੁਸੀਂ ਕਿਵੇਂ ਧੋਖੇ ਤੋਂ ਬਚ ਸਕਦੇ ਹੋ ਔਰ ਕਿਵੇਂ ਤੁਸੀਂ ਆਈਲੈਟਸ ਵਾਲੀ ਲੜਕੀ ਨਾਲ ਮੈਰਿਜ ਕਰਵਾਏ ਬਿਨਾਂ ਹੀ ਕੈਨੇਡਾ ਪਹੁੰਚ ਸਕਦੇ ਹੋ। ਤਾਂ ਮੇਰੀ ਰਿਕੁਐਸਟ ਆ ਕਿ ਸਭ ਤੋਂ ਪਹਿਲਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਲਾਈਕ ਜ਼ਰੂਰ ਕਰ ਦਿਓ, ਕਿਉਂਕਿ ਇਸ ਚੈਨਲ ਤੇ ਤੁਹਾਨੂੰ ਹੁਣ ਇਦਾਂ ਦੀਆਂ ਵੀਡੀਓਜ਼ ਹੀ ਦੇਖਣ ਨੂੰ ਮਿਲਣਗੀਆਂ ਜਿਸ ਦੇ ਵਿੱਚ ਤੁਹਾਨੂੰ ਅਵੇਅਰ ਕੀਤਾ ਜਾਵੇ, ਤੁਹਾਨੂੰ ਜਾਗਰੂਕ ਕੀਤਾ ਜਾਵੇ। ਜਿਵੇਂ ਆਪਾਂ ਦੇਖਿਆ ਲਵਪ੍ਰੀਤ ਔਰ ਬੇਅੰਤ ਕੌਰ ਵਾਲਾ ਕੇਸ, ਔਰ ਆਪਾਂ ਐਂਡ ਤੇ ਇਹ ਵੀ ਡਿਸਕਸ ਕਰਾਂਗੇ ਕਿ ਕਿਵੇਂ ਬੁਲਾਇਆ ਜਾ ਸਕਦਾ ਜਾਂ ਕਿਵੇਂ ਡਿਪੋਰਟ ਹੋਏਗੀ ਬੇਅੰਤ ਕੌਰ, ਕਸੂਰਵਾਰ ਕੌਣ ਸੀ, ਇਸ ਤੇ ਵੀ ਆਪਾਂ ਗੱਲ ਕਰਾਂਗੇ। ਤਾਂ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਕਰਾਂਗਾ, ਜਿਹੜੇ ਪੰਜਾਬ ਦੇ ਨੌਜਵਾਨ ਆ, ਕੋਈ +2 ਪਾਸ ਆ, ਕਿਸੇ ਦੀ ਉਮਰ ਵੱਧ ਆ ਜਾਂ ਕੋਈ ਵੀ ਪ੍ਰੋਫਾਈਲ ਆ, ਤਾਂ ਉਹ ਆਪਣਾ ਜਦੋਂ ਉਹ ਕੈਨੇਡਾ ਜਾਣ ਦੀ ਸੋਚਦਾ ਤਾਂ ਇੱਕੋ ਦਮ ਕੋਈ ਵੀ ਤਰੀਕਾ ਅਖਤਿਆਰ ਨਾ ਕਰੇ। ਜਿਵੇਂ ਅੱਜ ਕੱਲ੍ਹ ਕੀ ਹੁੰਦਾ ਕਿ ਅਗਰ ਲੜਕੇ ਦੇ ਆਈਲੈਟਸ 'ਚ ਬੈਂਡ ਨਹੀਂ ਆਏ ਤਾਂ ਆਈਲੈਟਸ ਵਾਲੀ ਲੜਕੀ ਲੱਭਣ ਲੱਗ ਜਾਂਦਾ ਕਿ ਅਸੀਂ ਖਰਚਾ ਕਰ ਦਿਆਂਗੇ, ਤੁਸੀਂ ਜਿਹੜਾ ਲੜਕੀ ਵਾਲਿਆਂ ਦੇ ਬੈਂਡ ਹੋ ਜਾਂਦੇ, ਲੜਕੇ ਵਾਲਿਆਂ ਦੇ ਖਰਚੇ। ਇਹ ਗੱਲ ਬਿਲਕੁਲ ਗਲਤ ਨਹੀਂ ਗੀ ਅਗਰ ਸਭ ਕੁਝ ਜੈਨੂਨ ਹੋਵੇ। ਬਟ ਅੱਜ ਦੀ ਡੇਟ 'ਚ ਆਪਾਂ ਦੇਖ ਹੀ ਰਹੇ ਹਾਂ ਕਿ ਇੱਕ ਲਵਪ੍ਰੀਤ ਦੀ ਡੈਥ ਹੋਣ ਕਰਕੇ ਕਿਵੇਂ ਹਜ਼ਾਰਾਂ ਨੌਜਵਾਨ ਸਾਹਮਣੇ ਆਏ। ਮਤਲਬ ਇੰਨੇ ਮਾੜੇ ਹਾਲਾਤ, ਵਿਆਹ ਦੇ ਉੱਪਰ 20 ਲੱਖ ਰੁਪਈਆ, 25 ਲੱਖ ਰੁਪਈਆ ਲਾ ਕੇ 35 ਲੱਖ ਲੜਕੀ ਵਾਲਿਆਂ ਨੂੰ ਦੇ ਕੇ ਫੀਸਾਂ ਭਰ ਕੇ ਤਾਂ ਵੀ ਉਹ ਧੱਕੇ ਖਾਂਦੇ ਫਿਰਦੇ ਆ ਪੰਜਾਬ ਦੇ ਵਿੱਚ। ਤਾਂ ਬਹੁਤ ਦੁੱਖ ਹੋਇਆ। ਤਾਂ ਫਿਰ ਸੋਚਿਆ ਕਿ ਚਲੋ ਇੱਕ ਵੀਡੀਓ ਬਣਾਈ ਜਾਵੇ ਜਿਸ ਵਿੱਚ ਦੱਸਿਆ ਜਾਵੇ ਕਿ ਜਿਹੜੇ ਮੁੰਡੇ, ਜਿਹੜੇ ਬॉयਜ਼ ਨਹੀਂ ਜਾ ਸਕਦੇ ਆਈਲੈਟਸ ਬੇਸ ਤੇ, ਉਹ ਕੈਨੇਡਾ ਕਿਵੇਂ ਪਹੁੰਚ ਸਕਦੇ ਆ, ਔਰ ਜਿਹੜੀ ਇਹ ਲੜਕੀ ਆ ਇਸ ਦਾ ਹੁਣ ਅੱਗੇ ਕੀ ਹਸ਼ਰ ਹੋਵੇਗਾ, ਕੀ ਹੋਊਗਾ, ਔਰ ਐਂਡ ਤੇ ਕਸੂਰਵਾਰ ਕੌਣ ਸੀ। ਸਭ ਤੋਂ ਪਹਿਲੀ ਮੈਂ ਗੱਲ ਕਰਾਂਗਾ ਕਿ ਤੁਸੀਂ ਅਗਰ ਕੈਨੇਡਾ ਜਾਣ ਦੀ ਸੋਚਦੇ ਹੋ ਤੇ ਸਭ ਤੋਂ ਪਹਿਲਾਂ ਆਪਣੀ ਪ੍ਰੋਫਾਈਲ ਬਣਾਉਣੀ ਸਟਾਰਟ ਕਰੋ, ITR ਭਰਨੀਆਂ ਸ਼ੁਰੂ ਕਰੋ, ਕੋਈ ਛੋਟਾ ਮੋਟਾ ਕਾਰੋਬਾਰ ਲੱਭੋ ਜਿਸ ਦੇ ਵਿੱਚ 10-15 ਹਜ਼ਾਰ ਹੀ ਤੁਹਾਡੀ ਸੈਲਰੀ ਹੋਵੇ। ਮਤਲਬ ITR ਤੁਹਾਡੀਆਂ ਜ਼ਰੂਰ ਤੁਸੀਂ ਭਰ ਸਕਦੇ ਹੋ। ਉਸ ਤੋਂ ਬਾਅਦ ਤੁਸੀਂ ਕੀ ਕਰ ਸਕਦੇ ਹੋ ਕਿ ਇੱਕ ਏਸ਼ੀਆ ਦਾ ਟੂਰ ਲਾ ਸਕਦੇ ਹੋ। ਜਿਵੇਂ 2-4 ਕੰਟਰੀਆਂ ਤੁਸੀਂ ਇੱਧਰ ਰਸ਼ੀਆ, ਚਾਈਨਾ, 2-3 ਕੰਟਰੀਆਂ ਘੁੰਮਣ ਤੋਂ ਬਾਅਦ ਯੂਰਪ ਦਾ 2-3 ਕੰਟਰੀਜ਼ ਦਾ ਟੂਰ ਲਾਉਣ ਤੋਂ ਬਾਅਦ ਮਤਲਬ ਤੁਹਾਡੀ ਇੱਕ ਟਰੈਵਲ ਹਿਸਟਰੀ ਬਣ ਜਾਏਗੀ। ਉਸ ਤੋਂ ਬਾਅਦ ਤੁਸੀਂ ਕੈਨੇਡਾ, UK, ਨਿਊਜ਼ੀਲੈਂਡ, ਆਸਟ੍ਰੇਲੀਆ ਲਈ ਐਲੀਜੀਬਲ ਹੋ ਜਾਂਦੇ ਆ। ਜਦੋਂ ਤੁਸੀਂ ਕੈਨੇਡਾ ਦਾ ਕੇਸ ਲਾਓਗੇ ਤੁਹਾਡੀ ਟਰੈਵਲ ਹਿਸਟਰੀ ਮੇਨ ਕਾਊਂਟ ਆ, ਵਿਜ਼ਟਰ ਵੀਜ਼ਾ ਤੁਹਾਡਾ ਲੱਗੇਗਾ। ਉਸ ਤੋਂ ਬਾਅਦ ਤੁਸੀਂ ਕੈਨੇਡਾ 'ਚ ਜਾ ਕੇ ਵਰਕ ਪਰਮਿਟ ਵੀ ਅਪਲਾਈ ਕਰ ਸਕਦੇ ਆ। ਮਤਲਬ ਜ਼ਰੂਰੀ ਨਹੀਂਗਾ ਕਿ ਆਈਲੈਟਸ ਵਾਲੀ ਲੜਕੀ ਲੱਭ ਕੇ ਜਾਂ ਇਦਾਂ ਕੋਈ ਅਨਸਿਕਿਉਰ ਤਰੀਕੇ ਨਾਲ ਜਾਂ 2 ਨੰਬਰ ਦੇ ਵਿੱਚ ਹੀ ਉੱਥੇ ਜਾਣਾ। ਆਪਣੀ ਪ੍ਰੋਫਾਈਲ ਤੁਸੀਂ ਤਿਆਰ ਕਰਕੇ ਖੁਦ, ਖਰਚਾ ਵੀ ਬਹੁਤ ਘੱਟ ਆਏਗਾ। ਟੂਰ ਲਾਉਣ ਦੇ ਨਾਲ ਕੈਨੇਡਾ ਜਾਣ ਦਾ ਖਰਚਾ ਬਹੁਤ ਹੀ ਘੱਟ ਪੈਸਿਆਂ ਦੇ ਵਿੱਚ ਤੁਹਾਡਾ ਜਿਹੜਾ ਇਹ ਸਰ ਸਕਦਾ। ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ, ਮੈਂ ਦੱਸਾਂਗਾ ਕਿ ਤੁਸੀਂ ਆਪਣਾ ਕੰਮ ਖੁਦ ਕਿਵੇਂ ਕਰ ਸਕਦੇ ਹੋ। ਤਾਂ ਇਹ ਗੱਲ ਬਹੁਤ ਹੀ ਮੇਨ ਆ ਇਸ ਟਾਈਮ ਕਿ ਆਪਣੇ ਪੈਰਾਂ ਸਿਰ ਹੋਣ ਦੀ ਲੋੜ ਆ। ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਕਿ ਜੋ ਬੇਅੰਤ ਕੌਰ ਆ ਇਸ ਦੇ ਕੇਸ ਵਿੱਚ ਕੀ ਹੋ ਸਕਦਾ, ਔਰ ਜਿੰਨੇ ਵੀ ਹੋਰ ਸ਼ਿਕਾਰ ਆ ਜਾਂ ਜਿਹੜੇ ਵਿਚਾਰੇ ਮਤਲਬ ਸਟੂਡੈਂਟਸ ਆ ਇੱਥੇ ਜਾਂ ਕੋਈ ਕਲਾਇੰਟਸ ਆ, ਜਿਹੜੇ ਸਪਾਊਸ ਆ, ਇੱਥੇ ਸਪਾਊਸ ਦੀ ਗੱਲ ਕਰ ਰਿਹਾ ਮੈਂ, ਜਿਨ੍ਹਾਂ ਦੇ ਸਪਾਊਸ ਉੱਥੇ ਗਏ, ਵਾਈਫ ਗਿਆ, ਹਜੇ ਤੱਕ ਨਹੀਂ ਬੁਲਾਈਆਂ, ਤਾਂ ਤੁਹਾਨੂੰ ਇੱਕ ਵਾਰੀ ਅੰਬੈਸੀ ਨੂੰ ਜ਼ਰੂਰ ਸੂਚਿਤ ਕਰਨਾ ਚਾਹੀਦਾ। ਉਹ ਤੁਸੀਂ ਕਿਵੇਂ ਸੂਚਿਤ ਕਰ ਸਕਦੇ ਹੋ? ਇਨਫੋਰਮ ਕਰ ਸਕਦੇ ਹੋ ਵਾਇਆ ਈਮੇਲ ਜਾਂ ਵੈਬ ਫੋਰਮ। ਵੈਬ ਹੋਮ ਗੂਗਲ ਤੇ ਜਾਓ, ਵੈਬ ਹੋਮ ਕੈਨੇਡਾ ਉੱਥੇ ਲਿਖੋ, ਉਹ ਸਾਰਾ ਇੱਕ ਕੰਪਲੇਂਟ ਲੈਟਰ, ਜਿਹਨੂੰ ਆਪਾਂ ਕਹਿ ਦਈਏ ਕੰਪਲੇਂਟ ਇਨਬਾਕਸ ਓਪਨ ਹੋ ਜਾਏਗਾ। ਉੱਥੇ ਤੁਸੀਂ ਸਾਰਾ ਲਿਖੋ। ਲੜਕੀ ਨਾਲ ਮੈਰਿਜ ਜਿਹੜੀ ਕਰਾਈ ਆ ਉਹ ਤੁਸੀਂ ਮੈਰਿਜ ਸਰਟੀਫਿਕੇਟ ਲਾ ਸਕਦੇ ਹੋ। ਉਸ ਤੋਂ ਇਲਾਵਾ ਅਗਰ FIR ਤੁਸੀਂ ਕਰਵਾ ਚੁੱਕੇ ਆ ਤਾਂ ਉਹ ਕਾਪੀ ਨਾਲ ਲਾ ਸਕਦੇ ਹੋ। ਇਹ ਔਰ 2-3 ਪ੍ਰੂਫ ਜਿਵੇਂ ਫੋਟੋਜ਼ ਵਗੈਰਾ। ਮੈਰਿਜ ਸਰਟੀਫਿਕੇਟ ਅਗਰ FIR ਵੀ ਤੁਸੀਂ ਲਾ ਦਿੰਦੇ ਆ ਕਿ ਸਾਡੇ ਨਾਲ ਇੱਥੇ ਫਰਾਡ ਹੋਇਆ, ਤਾਂ ਉਸ ਦੇ ਵਿੱਚ ਕੀ ਹੋ ਸਕਦਾ, ਸਪਾਊਸ ਦਾ ਵੀਜ਼ਾ ਅੱਗੇ ਐਕਸਟੈਂਡ ਨਹੀਂ ਹੋ ਸਕਦਾ। ਜਿਵੇਂ ਉਹ ਵਰਕ ਪਰਮਿਟ ਅੱਗੇ ਨਹੀਂ ਅਪਲਾਈ ਕਰ ਸਕਦੀ ਜਾਂ ਅੱਗੇ PR ਨਹੀਂ ਉਹ ਅਪਲਾਈ ਕਰ ਸਕਦੀ, ਕਿਉਂਕਿ PCC ਪੁਲਿਸ ਕਲੀਅਰੈਂਸ ਸਰਟੀਫਿਕੇਟ ਬਹੁਤ ਜ਼ਰੂਰੀ ਚਾਹੀਦਾ ਹੁੰਦਾ। ਤਾਂ ਜੋ ਵੀ ਤੁਹਾਡੇ ਨਾਲ ਹੋਇਆ
ਤੁਹਾਡੇ ਸਪਾਊਸ ਕਿਸੇ ਤਰ੍ਹਾਂ ਨਾਲ ਚੀਟ ਹੋਇਆ ਕੋਈ ਵੀ ਲੜਕਾ ਜਾਂ ਲੜਕੀ, ਤਾਂ ਉਹ ਇੰਡੀਆ ਦੇ ਵਿੱਚ ਆਪਣੀ ਕੰਪਲੇਂਟ ਦਰਜ ਕਰਾ ਸਕਦਾ ਐਮਬੈਸੀ ਦੇ ਅੱਗੇ। ਅਗਰ ਤੁਹਾਨੂੰ ਕਿਸੇ ਚੀਜ਼ ਦੀ ਕੋਈ ਨਹੀਂ ਸਮਝ ਲੱਗਦੀ, ਤੁਸੀਂ ਮੇਰੀ ਹੈਲਪ ਲੈ ਸਕਦੇ ਹੋ। ਬਹੁਤ ਇਦਾਂ ਦੇ ਤਰੀਕੇ ਆ ਜਿਹੜਾ ਤੁਸੀਂ ਆਪਣਾ ਸਹੀ ਤਰੀਕੇ ਨਾਲ ਆਪਣਾ ਮਸਲਾ ਹੱਲ ਕਰ ਸਕਦੇ ਹੋ। ਜ਼ਰੂਰੀ ਨਹੀਂ ਕਿ ਤੁਸੀਂ ਆਪਣੇ ਆਪ ਨੂੰ ਨੁਕਸਾਨ ਹੀ ਪਹੁੰਚਾਉਣਾ ਜਾਂ ਆਪਣੇ ਆਪ ਨੂੰ ਹਾਰਮ ਹੀ ਪਹੁੰਚਾਉਣਾ। ਤੁਹਾਡੇ ਮਾਈਂਡ ਦੇ ਵਿੱਚ ਕਿਸੇ ਤਰ੍ਹਾਂ ਦੀ ਨੈਗੇਟਿਵ ਕੋਈ ਚੀਜ਼ ਆ ਰਹੀ ਆ ਲਵਪ੍ਰੀਤ ਦੀ ਗੱਲ ਨੂੰ ਸੁਣ ਕੇ, ਜਿਹੜੇ ਹੋਰ ਮੁੰਡਿਆਂ ਦੀ ਮੈਂ ਗੱਲ ਕਰਦਾ, ਤੇ ਇੱਕ ਵਾਰੀ ਤੁਸੀਂ ਜ਼ਰੂਰ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ। ਮੈਂ ਦੱਸਾਂਗਾ ਕਿ ਤੁਸੀਂ ਆਪਣਾ ਮਸਲਾ ਹੱਲ ਕਿਵੇਂ ਕਰ ਸਕਦੇ ਹੋ। ਤਾਂ ਇਹ ਬਹੁਤ ਵੱਡੀ ਗੱਲ ਆ ਜਿਹੜੀ ਕਿ ਨਹੀਂ ਪਤਾ ਪੰਜਾਬ ਦੇ ਵਿੱਚ। ਅੰਬੈਸੀ ਨੂੰ ਸੂਚਿਤ ਕਰਨ ਦੇ ਨਾਲ ਵੀਜ਼ਾ ਲੜਕੀ ਦਾ ਅੱਗੇ ਐਕਸਟੈਂਡ ਨਹੀਂ ਹੋਏਗਾ। ਅਗਰ ਲੜਕਾ ਗਿਆ, ਲੜਕੀ ਇੱਥੇ ਖਰਾਬ ਹੋ ਰਹੀ ਆ, ਤਾਂ ਲੜਕੇ ਦਾ ਵੀਜ਼ਾ ਨਹੀਂ ਕੈਨੇਡਾ 'ਚ ਐਕਸਟੈਂਡ ਹੋਏਗਾ। ਤਾਂ ਇਹ ਬਹੁਤ ਮੇਨ ਖਾਸ ਚੀਜ਼ ਧਿਆਨ ਰੱਖਣ ਵਾਲੀ ਆ। ਉਸ ਤੋਂ ਬਾਅਦ ਤੁਸੀਂ ਡਾਕੂਮੈਂਟਸ ਵੀ ਕਢਵਾ ਸਕਦੇ ਆ। ਜਿਵੇਂ ਹਸਬੈਂਡ ਇੱਧਰ ਆ, ਲੜਕੀ ਉੱਧਰ ਆ, ਤੁਸੀਂ ਡਾਕੂਮੈਂਟਸ ਅੰਬੈਸੀ ਦੇ ਵਿੱਚੋਂ ਕਢਵਾ ਸਕਦੇ ਹੋ ਕਿ ਕੀ ਡਾਕੂਮੈਂਟਸ ਲੱਗੇ ਸੀ। ਉਹਦਾ ਵੀ ਇੱਕ ਅਲੱਗ ਪ੍ਰੋਸੀਜਰ ਆ ਜਿਸ ਦੇ ਨਾਲ ਤੁਸੀਂ ਕੰਪਲੇਂਟ ਪਾ ਸਕਦੇ ਹੋ ਉਧਰਲੀ ਇਮੀਗ੍ਰੇਸ਼ਨ ਏਜੰਸੀ ਨੂੰ ਜਿਹੜੀ ਕੈਨੇਡਾ ਦੀ ਆ, ਉੱਥੋਂ ਦੇ ਕੈਬਨਿਟ ਮਿਨਿਸਟਰ ਨੂੰ ਔਰ ਐਮਬੈਸੀ ਨੂੰ। ਅਗਰ IRCC ਐਮਬੈਸੀ ਨੂੰ ਤੁਸੀਂ ਕੰਪਲੇਂਟ ਪਾ ਦਿੰਦੇ ਹੋ, ਤੁਹਾਡੀ ਕਾਰਵਾਈ ਜ਼ਰੂਰ ਹੋਏਗੀ। ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਕਿ ਇਹ ਜਿਹੜੀ ਲੜਕੀ ਆ ਬੇਅੰਤ ਕੌਰ, ਅਗਰ ਇਹਦੇ ਸੇ FIR ਹੋ ਜਾਂਦੀ ਆ, ਉਹ IRCC ਨੂੰ ਉੱਤੇ ਅਪਲੋਡ ਹੋ ਜਾਏਗੀ। ਮਤਲਬ ਈਮੇਲ ਉਹ FIR ਕਰ ਦਿੱਤੀ ਜਾਏਗੀ ਨਾਲ ਮੈਰਿਜ ਸਰਟੀਫਿਕੇਟ ਕਿ ਇਦਾਂ ਕਰਕੇ ਡਿਪਰੈਸ਼ਨ ਦੇ ਕਰਕੇ ਲੜਕੇ ਦੀ ਜਿਹੜੀ ਡੈਥ ਹੋ ਗਈ ਆ। ਉਸ ਦੇ ਨਾਲ ਕੀ ਹੋਏਗਾ ਕਿ ਉਸ ਦਾ ਆਉਣ ਵਾਲਾ ਜਿਹੜਾ ਵੀਜ਼ਾ ਜਾਂ ਵਰਕ ਪਰਮਿਟ ਤੇ ਹੁਣ ਸੁਣ ਰਹੇ ਆ ਕਿ ਵਰਕ ਪਰਮਿਟ ਤੇ ਅੱਗੇ PR ਨਹੀਂ ਹੋ ਸਕੇਗੀ ਔਰ ਉਸ ਨੂੰ ਡਿਪੋਰਟ ਕਰ ਦਿੱਤਾ ਜਾਵੇਗਾ। ਮਤਲਬ ਮੇਨ ਚੀਜ਼ ਕੀ ਆ ਕਿ ਅੰਬੈਸੀ ਨੂੰ ਸੂਚਿਤ ਕਰਨਾ ਬਹੁਤ ਜ਼ਰੂਰੀ ਆ। ਔਰ ਇਸ ਤੋਂ ਇੱਕ ਹੋਰ ਗੱਲ ਮੈਂ ਐਡ ਕਰੂੰਗਾ ਕਿ ਅਗਰ ਤੁਸੀਂ ਮੈਰਿਡ ਹੋ ਤਾਂ ਤੁਹਾਡਾ ਅੰਬੈਸੀ ਨੂੰ ਪਤਾ ਹੋਣਾ ਬਹੁਤ ਜ਼ਰੂਰੀ ਆ। ਕੀ ਹੁੰਦਾ ਕਿ ਇੱਥੇ ਜੋ ਲੜਕੀ ਦੀ ਫਾਈਲ ਲੱਗਦੀ ਆ ਉਹ ਸਿੰਗਲ ਲੱਗਦੀ ਆ, ਉਹ ਅੰਬੈਸੀ ਨੂੰ ਦੱਸਦੀ ਨਹੀਂ ਲੜਕੀ ਵੀ ਕਿ ਅਸੀਂ ਸਾਡੀ ਮੈਰਿਜ ਹੋ ਚੁੱਕੀ ਆ। ਜਦੋਂ ਹੀ ਤੁਹਾਡੀ ਮੈਰਿਜ ਹੁੰਦੀ ਆ, ਲੜਕੇ ਵਾਲਿਆਂ ਨੂੰ ਕਹਿ ਰਿਹਾ ਅਗਰ ਲੜਕਾ ਨਾਲ ਜਾ ਰਿਹਾ, ਲੜਕੀ ਦੇ ਬੈਂਡ ਆਏ ਆ, ਜੇ ਲੜਕੇ ਦੇ ਬੈਂਡ ਆਏ ਲੜਕੀ ਜਾ ਰਹੀ ਆ, ਜੋ ਵੀ ਇੰਡੀਆ ਪਿੱਛੇ ਰਹਿ ਰਿਹਾ ਉਹ ਅੰਬੈਸੀ ਨੂੰ ਜ਼ਰੂਰ ਸੂਚਿਤ ਕਰੇ ਕਿ ਅਸੀਂ ਮੈਰਿਡ ਆ। ਲੜਕਾ ਵੀ ਕਰ ਸਕਦਾ, ਲੜਕੀ ਵੀ ਕਰ ਸਕਦੀ ਆ। ਤੁਹਾਡੀ ਸੇਫ ਸਾਈਡ ਲਈ ਜੋ ਇੰਡੀਆ ਦੇ ਵਿੱਚ ਮਗਰ ਬਚਿਆ, ਜਿਹਨੇ ਬਾਅਦ ਵਿੱਚ ਕੈਨੇਡਾ ਜਾਣਾ ਸਪਾਊਸ ਨੇ, ਉਹ ਅੰਬੈਸੀ ਦੇ ਵਿੱਚ ਮੈਰਿਜ ਸਰਟੀਫਿਕੇਟ ਨਾਲ ਲਾ ਕੇ ਜ਼ਰੂਰ ਕਹਿ ਸਕਦਾ ਕਿ ਸਾਡਾ ਜਿਹੜਾ ਮੈਰਿਜ ਜਿਹੜਾ ਸਟੇਟਸ ਆ ਇਹਨੂੰ ਅਪਡੇਟ ਕਰ ਦਿੱਤਾ ਜਾਵੇ, ਤਾਂ ਕਿ ਅੱਗੇ ਤੁਹਾਨੂੰ ਲੜਕੀ ਇਹ ਨਾ ਕਹਿ ਸਕੇ ਜਾਂ ਕਿਸੇ ਗੱਲ ਤੋਂ ਭੱਜ ਨਾ ਸਕੇ। ਤਾਂ ਇਹ ਬਹੁਤ ਵੱਡੀ ਗੱਲ ਆ। ਅਗਰ FIR ਹੋ ਜਾਂਦੀ ਆ ਤੇ ਐਟ ਲੀਸਟ PR ਨਹੀਂ ਮਿਲੇਗੀ ਬੇਅੰਤ ਕੌਰ ਨੂੰ ਔਰ ਇੰਡੀਆ ਹੀ ਆਉਣਾ ਪਊਗਾ। ਬਾਕੀ ਮੇਰੀ ਪੰਜਾਬ ਦੇ ਲੋਕਾਂ ਨੂੰ ਇਹ ਐਡਵਾਈਸ ਔਰ ਰਿਕੁਐਸਟ ਆ ਕਿ ਸਹੀ ਤਰੀਕਾ ਚੁਣੋ। ਜਦੋਂ ਤੁਸੀਂ ਮੈਰਿਜ ਕਰਵਾਉਂਦੇ ਹੋ, ਲੜਕਾ ਲੜਕੀ ਦੀ ਮੈਰਿਜ ਹੁੰਦੀ ਆ, ਤਾਂ ਜਦੋਂ ਆਨੰਦ ਕਾਰਜਾਂ ਤੇ ਬੈਠੇ ਹੁੰਦੇ ਆ, ਉਦੋਂ ਕਿਸੇ ਤਰ੍ਹਾਂ ਦਾ ਵੀ ਮਨ 'ਚ ਪਾਪ ਨਹੀਂ ਹੋਣਾ ਚਾਹੀਦਾ। ਅੱਜ ਉਹਦੇ ਮਾਪਿਓ ਦੇਖ ਕੇ ਝੱਲੇ ਨਹੀਂ ਜਾਂਦੇ। ਲਵਪ੍ਰੀਤ ਸਿੰਘ ਦੇ ਘਰ ਦਾ ਕਹਿੰਦੇ ਜੋ ਜ਼ਮੀਨ ਆ ਉਹ ਵੀ ਵਿਕ ਚੁੱਕੀ ਆ, ਕੁਝ ਗਹਿਣੇ ਪਈ ਹੋਈ ਆ। ਮਤਲਬ 30-35 ਲੱਖ ਰੁਪਇਆ ਵੀ ਗਵਾ ਲਿਆ ਔਰ ਉਹਨਾਂ ਦਾ ਲੜਕਾ ਵੀ ਗਿਆ। ਤਾਂ ਇਹ ਮੇਰੀ ਰਿਕੁਐਸਟ ਆ ਕਿ ਥੋੜਾ ਸੇਫ ਸਾਈਡ ਰੱਖ ਕੇ ਚੱਲਿਆ ਕਰੋ। ਥੋੜਾ ਨਹੀਂ, ਬਹੁਤ ਸੇਫ ਸਾਈਡ ਰੱਖ ਕੇ ਚੱਲਿਆ ਕਰੋ। ਕੈਨੇਡਾ ਜਾਣ ਦੇ ਹੋਰ ਵੀ ਤਰੀਕੇ ਆ। ਸਪਾਊਸ ਨਾਲ ਜਾਣਾ ਹੀ ਇੱਕ ਤਰੀਕਾ ਨਹੀਂਗਾ। ਇਹ ਗਲਤ ਨਹੀਂਗਾ ਮੈਰਿਜ ਕਰਵਾ ਕੇ ਜਾਣਾ, ਕਿਉਂਕਿ ਅਲਟੀਮੇਟਲੀ ਜਿਹੜੀ ਲਾਈਫ ਆ ਉਹ ਦੋਨੇ ਪਾਰਟਨਰ ਦੀ ਸੈੱਟ ਹੁੰਦੀ ਆ, ਅੱਗੇ ਬੱਚੇ ਹੋ ਜਾਂਦੇ, ਇੱਕ ਸੋਹਣੀ ਵਧੀਆ ਫੈਮਿਲੀ ਵਧੀਆ ਸਿਸਟਮ 'ਚ ਕੈਨੇਡਾ ਚਲੀ ਜਾਂਦੀ ਆ ਔਰ ਉਹਨਾਂ ਦੇ ਪੇਰੈਂਟਸ ਵੀ ਮਗਰ ਜਾ ਸਕਦੇ ਆ। ਬਟ ਅੱਜ ਦੀ ਡੇਟ ਦੇ ਵਿੱਚ ਕਹਾਣੀ ਕੁਛ ਹੋਰ ਬਣੀ ਹੋਈ ਆ। ਉੱਥੇ ਜਾ ਕੇ ਲੜਕੀ ਦਾ ਮਾਈਂਡ ਚੇਂਜ ਹੋ ਜਾਂਦਾ ਏਅਰਪੋਰਟ ਉਤਰਦਿਆਂ ਸਾਰ, ਜਾਂ ਲੜਕੇ ਦਾ ਮਾਈਂਡ ਚੇਂਜ ਹੋ ਜਾਂਦਾ ਅਗਰ ਲੜਕੀ ਇੰਡੀਆ 'ਚ ਬੈਠੀ ਆ। ਤਾਂ ਇਹ ਬਹੁਤ ਵੱਡੀ ਇੱਕ ਪ੍ਰੋਬਲਮ ਬਣੀ ਹੋਈ ਆ। ਚੇਂਜ ਹੋਣ ਲੱਗਿਆ ਕੁਝ ਪਤਾ ਨਹੀਂ ਲੱਗਦਾ ਅੱਜ ਕੱਲ੍ਹ। ਬਟ ਆਪਣਾ ਤੁਸੀਂ ਸੇਫ ਸਾਈਡ ਰੱਖ ਕੇ ਜ਼ਰੂਰ ਚੱਲਿਆ ਕਰੋ। ਜਦੋਂ ਲੜਕੀ ਨਾਲ ਤੁਹਾਡੀ ਕਿਸੇ ਤਰ੍ਹਾਂ ਦਾ ਕਮਿਟਮੈਂਟ ਹੁੰਦੀ ਆ, ਤੁਸੀਂ ਪੈਸੇ ਲਾਉਂਦੇ ਹੋ, ਤੇ ਐਜ਼ ਏ ਸਿਕਿਉਰਿਟੀ ਕੁਛ ਨਾ ਕੁਛ ਤੁਸੀਂ ਰੱਖ ਸਕਦੇ ਹੋ ਉਹਨਾਂ ਦਾ, ਤਾਂ ਕਿ ਕੱਲ ਜਦੋਂ ਲੜਕੀ ਉੱਥੇ ਬੁਲਾ ਲੈਂਦੀ ਆ ਆਪਣੇ ਹਸਬੈਂਡ ਨੂੰ, ਤਾਂ ਉਹ ਸਿਕਿਉਰਿਟੀ ਤੁਸੀਂ ਅਗਲੇ ਨੂੰ ਵਾਪਸ ਕਰ ਸਕਦੇ ਹੋ। ਇਹ ਸਿਕਿਉਰਿਟੀ ਕਈ ਤਰ੍ਹਾਂ ਦੀ ਹੋ ਸਕਦੀ ਹੈ, ਜ਼ਮੀਨ ਦਾ ਬਿਆਨਾ, ਰਜਿਸਟਰੀ, ਕੁਝ ਵੀ ਹੋ ਸਕਦਾ। ਮਤਲਬ ਤੁਸੀਂ ਕਹਿ ਸਕਦੇ ਹੋ ਕਿ ਦੇਖੋ ਜੀ ਪੰਜਾਬ 'ਚ ਕੀ ਹਾਲ ਚੱਲਦਾ ਪਿਆ, ਸਾਡਾ ਮਨ ਡਰਦਾ, ਅਸੀਂ ਤਾਂ ਸਾਰਾ ਕੁਝ ਵੇਚ ਵੱਟ ਕੇ ਲੜਕੀ ਤੁਹਾਡੀ ਬਾਹਰ ਭੇਜ ਰਹੇ ਹਾਂ, ਤੁਹਾਡੀ ਕਾਹਦੀ ਸਾਡੀ ਵੀ ਨੂੰ ਉਹਨਾਂ ਦੀ। ਤਾਂ ਇਸ ਗੱਲ ਕਰਕੇ ਮੇਰੀ ਰਿਕੁਐਸਟ ਆ ਕਿ ਐਜ਼ ਏ ਸਿਕਿਉਰਿਟੀ ਕੁਛ ਨਾ ਕੁਛ ਜ਼ਰੂਰ ਰੱਖਿਆ ਕਰੋ, ਤਾਂ ਕਿ ਫਿਰ ਲੜਕੀ ਵੀ ਨਹੀਂ ਬਦਲੇਗੀ, ਉਸ ਨੂੰ ਵੀ ਪਤਾ ਵੀ ਸਾਡਾ ਘਰ ਮੁੰਡੇ ਵਾਲਿਆਂ ਕੋਲੇ ਗਹਿਣੇ ਪਿਆ ਹੋਇਆ।
ਤਾਂ ਤੁਸੀਂ ਇਹ ਬੜਾ ਵਧੀਆ ਜਿਹੜਾ ਇਹ ਲਾ ਸਕਦੇ ਹੋ, ਐਕਸਕਿਊਜ਼ ਲਾ ਸਕਦੇ ਹੋ ਕਿ ਜੀ ਸਾਨੂੰ ਡਰ ਆ, ਹਾਲਾਤ ਬਹੁਤ ਮਾੜੇ ਚੱਲ ਰਹੇ ਆ। ਕਿਉਂਕਿ ਮੈਂ ਦੇਖਿਆ ਕਿ ਕਿਵੇਂ ਕਈ ਲੜਕੀਆਂ ਨੇ ਇਦਾਂ ਹੀ ਕੀਤਾ, ਮੈਰਿਜ ਤੋਂ ਜਿਹੜੀ ਕੰਟਰੈਕਟ ਮੈਰਿਜ ਸੀ ਉਹਨਾਂ ਨੂੰ ਮਨਾ ਕਰਤੀ। ਮੈਨੂੰ ਫੋਨ ਆਏ ਇਦਾਂ ਦੇ ਜਿੰਦੇ ਵਿੱਚ ਕਿਹਾ ਕਿ ਸਰ ਸਾਡੀ ਵੀ ਕੰਟਰੈਕਟ ਆ, ਅਸੀਂ ਤਾਂ ਨਹੀਂ ਜਾਂਦੇ ਜੀ। ਤਾਂ ਇਸ ਚੀਜ਼ ਨੂੰ ਮੇਨ ਖਾਸ ਖਿਆਲ ਧਿਆਨ ਦੇ ਵਿੱਚ ਰੱਖੋ, ਆਪਣੀ ਸੇਫ ਸਾਈਡ ਰੱਖ ਕੇ ਜ਼ਰੂਰ ਚੱਲੋ। ਬਾਕੀ ਕਿਸੇ ਤਰ੍ਹਾਂ ਦੀ ਵੀ ਤੁਹਾਨੂੰ ਹੋਰ ਜਾਣਕਾਰੀ ਚਾਹੀਦੀ ਹੈ, ਮੇਰਾ ਨੰਬਰ ਨੋਟ ਕਰ ਲਓ 7009842464। ਅਸੀਂ ਸਟੱਡੀ ਵੀਜ਼ਾ ਹੀ ਕਰਦੇ ਹਾਂ ਜਾਂ ਵਿਜ਼ਟਰ ਵੀਜ਼ਾ ਅਸੀਂ ਕਰਦੇ ਹਾਂ। ਅਗਰ ਤੁਸੀਂ ਕਿਸੇ ਤਰ੍ਹਾਂ ਦਾ ਵੀ ਕੋਈ ਵੀਜ਼ਾ ਰਿਲੇਟਡ ਕੋਈ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਐਨੀ ਟਾਈਮ ਐਜ਼ ਏ ਬ੍ਰਦਰ ਐਜ਼ ਏ ਆਪਣਾ ਛੋਟਾ ਬੱਚਾ ਸਮਝ ਕੇ ਐਨੀ ਟਾਈਮ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਪੂਰੀ ਆਥੈਂਟਿਕ ਔਰ ਸਹੀ ਜਾਣਕਾਰੀ ਹੀ ਤੁਹਾਨੂੰ ਦਿੱਤੀ ਜਾਏਗੀ। ਥੈਂਕ ਯੂ, ਬਹੁਤ ਬਹੁਤ ਧੰਨਵਾਦ ਇਹਨਾਂ ਟਾਈਮ ਦੇਣ ਦੇ ਲਈ। ਸ਼ੁਕਰੀਆ ਜੀ।